ਹੈਲੋ ਵਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ 'ਚ ਆਪਾਂ ਮੋਸਟ ਇੰਪੋਰਟੈਂਟ ਟੌਪਿਕ ਕਰਾਂਗੇ, ਜਿਹੜਾ ਹੈ ਇੰਪੋਰਟੈਂਟ ਸਮਿਟਸ ਐਂਡ ਕਾਨਫਰੰਸਿਸ। ਜਿਹੜੀ ਵੀ ਸਮਿਟਸ ਤੇ ਕਾਨਫਰੰਸਿਸ ਹੋਈਆਂ, ਕੋਈ ਮੀਟਿੰਗਸ ਹੋਈਆਂ ਜਨਵਰੀ ਤੋਂ ਲੈ ਕੇ ਜੁਲਾਈ ਤੱਕ 2025, ਉਹ ਸਾਰੀਆਂ ਦੇ ਮੈਂਸ਼ਨ ਹੋਣਗੇ। ਜਿਹੜੀਆਂ ਬੇਕਾਰ ਦੀ ਮੀਟਿੰਗ ਉਹ ਮੈਂ ਮੈਂਸ਼ਨ ਨਹੀਂ ਕੀਤੀਆਂ। ਜਿਹੜੀ ਇੰਪੋਰਟੈਂਟ ਹੈ, ਜਿਨ੍ਹਾਂ 'ਚ ਐਗਜ਼ਾਮ PSSB ਜਾਂ ਹੋਰ ਜਿਹੜੇ ਬਾਕੀ ਬੋਰਡ ਹਨ ਸਾਡੇ, ਜਿਹੜੇ ਕੁਐਸਚਨ ਪੁੱਛ ਸਕਦੇ ਹਨ, ਬਸ ਉਹੀ ਮੈਂਸ਼ਨ ਕੀਤੀਆਂ। ਠੀਕ ਹੈ, ਬਸ ਇੰਪੋਰਟੈਂਟ ਚੀਜ਼ਾਂ ਇਹਨਾਂ ਨੂੰ ਕਰ ਲਓਗੇ, ਇਹਨਾਂ ਤੋਂ ਬਾਹਰ ਕੁਝ ਨਹੀਂ ਆਉਣਾ। ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਸਮਿਟ ਦਾ ਨਾਮ ਹੈ G20। ਮੋਸਟ ਇੰਪੋਰਟੈਂਟ ਹੈ। G20 ਦੀ ਜਿਹੜੀ 20th ਐਡੀਸ਼ਨ ਮੀਟਿੰਗ ਸੀਗੀ, ਸਮਿਟ ਸੀ, ਇਹ ਕਿੱਥੇ ਹੁੰਦੀ ਪਈ ਹੈ? ਇਹ ਹੁੰਦੀ ਪਈ ਜੋਹਾਨਸਬਰਗ ਸਾਊਥ ਅਫਰੀਕਾ 'ਚ। ਠੀਕ ਹੈ, ਆਪਾਂ ਯਾਦ ਰੱਖਾਂਗੇ ਜਦੋਂ ਵੀ ਕੋਈ ਆਪਾਂ ਸਮਿਟ ਦੀ ਗੱਲ ਕਰਾਂਗੇ ਤਾਂ ਮੋਟੀ ਕੁਛ ਹੀ ਚੀਜ਼ਾਂ ਸਾਨੂੰ ਪਤਾ ਹੋਣੀ ਚਾਹੀਦੀਆਂ। ਪਹਿਲੀ ਗੱਲ ਹੈ ਪਲੇਸ, ਕਿਹੜੀ ਜਗ੍ਹਾ ਹੁੰਦਾ ਪਿਆ। ਦੂਜੀ ਚੀਜ਼ ਹੈ ਐਡੀਸ਼ਨ ਕੀ ਹੈ। ਤੇ ਸਮਟਾਈਮਸ ਕੀ ਹੁੰਦਾ, ਕੁਝ ਸਮਿਟਸ ਦੀ ਥੀਮ ਵੀ ਹੁੰਦੀਆਂ, ਤੇ ਥੀਮ ਵੀ ਅਸੀਂ ਯਾਦ ਕਰਨਾ। ਠੀਕ ਹੈ, ਚਲੋ G20 ਦਾ ਸਾਨੂੰ ਪਤਾ ਲੱਗ ਗਿਆ। G20 ਕਿੱਥੇ ਮੀਟਿੰਗ ਹੁੰਦੀ ਪਈ ਹੈ? ਜੋਹਾਨਸਬਰਗ ਸਾਊਥ ਅਫਰੀਕਾ 'ਚ ਮੀਟਿੰਗ ਹੁੰਦੀ ਪਈ ਹੈ। ਤੇ 20th ਐਡੀਸ਼ਨ ਹੋਇਆ, ਇਹ ਹਾਲੇ ਮੀਟਿੰਗ ਹੋਈ ਨਹੀਂ ਹੈ। ਕਦੋਂ ਹੋਏਗੀ? 22 ਤੋਂ 23 ਨਵੰਬਰ 2025 ਨੂੰ। ਇੱਕ ਕੁਐਸਚਨ ਹੋਰ ਬਣ ਸਕਦਾ ਹੈ, ਹੁਣ G20 ਨੂੰ ਦੇਖ ਕੇ ਸਾਰਿਆਂ ਨੂੰ ਇਹ ਲੱਗਦਾ ਹੋਏਗਾ ਕਿ G20 20 ਮੈਂਬਰ ਕੰਟਰੀਜ਼ ਨੇ। ਚਲੋ ਚੈੱਕ ਕਰ ਲੈਣੇ ਕਿਹੜੇ ਮੈਂਬਰ ਕੰਟਰੀਜ਼। ਦੇਖੋ G20 ਟੋਟਲ 20 ਮੈਂਬਰਸ ਕੰਟਰੀਜ਼ ਨਹੀਂ ਐਗਜ਼ੈਕਟਲੀ, ਇਸ ਟੋਟਲ ਹੈ 19 ਕੰਟਰੀਜ਼। 19 ਕੰਟਰੀਜ਼ ਪਲੱਸ 1 ਕੀ ਹੈ? ਯੂਰਪੀਅਨ ਯੂਨੀਅਨ। ਆਪਣੀ ਅੰਡਰਸਟੈਂਡਿੰਗ ਲਈ ਆਪਾਂ ਬੋਲ ਦਿੰਦੇ ਕਿ ਭਈ ਇਹ ਟੋਟਲ 20 ਕੰਟਰੀਜ਼ ਬਟ 20 ਨਹੀਂ, ਕਿਉਂਕਿ ਯੂਰਪੀਅਨ ਯੂਨੀਅਨ ਜਿਹੜਾ ਹੈ ਇਹ ਅਲੱਗ, ਜਿਹੜਾ ਫਲੈਗ ਲੱਗਾ ਯੂਰਪੀਅਨ ਯੂਨੀਅਨ ਦਾ, ਇਹ ਆਪਣੇ ਆਪ 'ਚ ਹੀ 27 ਕੰਟਰੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਠੀਕ ਹੈ, ਬਸ ਇਹ ਅੰਡਰਸਟੈਂਡਿੰਗ ਲਈ ਸੀਗਾ। ਵੈਸੇ G20 ਤੁਹਾਨੂੰ ਨਹੀਂ ਪੁੱਛੇਗਾ, ਇਹ ਪੁੱਛ ਲੇਗਾ ਬੜੀ ਹੱਦ ਕਿ ਬਈ ਕੁਝ ਕੰਟਰੀਜ਼ ਦੇ ਨਾਂ ਦਿੱਤੇ ਹੋਣਗੇ ਕਿ ਇਹਨਾਂ 'ਚੋਂ ਕਿਹੜਾ ਮੈਂਬਰ G20 ਦਾ ਹੈ। ਉਹ ਤਾਂ ਕੀ ਇੰਡੀਆ G20 ਦਾ ਮੈਂਬਰ ਹੈ? ਆਨਸਰ ਹੈ ਬਿਲਕੁਲ, ਇੰਡੀਆ G20 ਦਾ ਮੈਂਬਰ ਹੈ। ਮੈਂਬਰ ਕੰਟਰੀਜ਼ ਦਾ ਤੁਹਾਨੂੰ ਪਤਾ ਹੀ ਹੋਣੀ ਚਾਹੀਦੀ। ਨੈਕਸਟ ਸਮਿਟ ਹੈ G7 ਸਮਿਟ। G7 2025 ਦੀ ਸਮਿਟ ਕਿੱਥੇ ਹੁੰਦੀ ਪਈ? ਕਨਾਸਕੀਸ, ਅਲਬਰਟਾ, ਕੈਨੇਡਾ 'ਚ। ਹੁਣ G7 ਦੀ ਜਿਹੜੀ ਮੀਟਿੰਗ ਹੈ ਉਹ 15 ਤੋਂ 17 ਜੂਨ ਨੂੰ ਹੋ ਚੁੱਕੀ ਹੈ ਆਲਰੇਡੀ। ਠੀਕ ਹੈ, ਆਪਾਂ ਵੀਡੀਓ ਥੋੜੀ ਲੇਟ ਬਣਾने में, पर ये मीटिंग ऑलरेडी हो चुकी है। 15 to 17 जून में मीटिंग हो गई है। कि इंडिया G7 का मैंबर है? यस बिल्कुल, इंडिया G7 का मैंबर बिल्कुल है। आंसर नो, इंडिया G7 का मैंबर नहीं है। बेसिकली G7 की है? G7 बेसिकली एडवांस इकोनॉमीज का ग्रुप है। ਜਿਹੜੀ भी कंट्रीज की बड़ी एडवांस इकोनॉमीज ने, पर कैपिटा इनकम बहुत हाई है, हाईली इंडस्ट्रिलाइज ने, वो कंट्री G7 की मैंबर ने। ਕਿਹੜੀ ਕੰਟਰੀ G7 ਦੀ ਮੈਂਬਰਸ ਨੇ ਤੁਹਾਡੇ ਸਾਹਮਣੇ? ਇੱਕ ਹੈ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, यूनाइटेड किंगडम, यूनाइटेड स्टेट्स, यूरोपियन यूनियन, ये सारे G7 ਦੇ ਮੈਂਬਰਸ ਕੰਟਰੀਜ਼। ਨੈਕਸਟ ਸਮਿਟ ਹੈ G7 ਸਮਿਟ। G7 2025 ਦੀ ਸਮਿਟ ਕਿੱਥੇ ਹੋਈ ਹੈ? ਇਹ ਹੋਈ ਹੈ ਕਨਾਸਕੀ, ਅਲਬਰਟਾ, ਕੈਨੇਡਾ 'ਚ। ਇਹ 15 ਤੇ 17 ਜੂਨ ਨੂੰ ਆਲਰੇਡੀ ਮੀਟਿੰਗ ਹੋ ਚੁੱਕੀ ਹੈ ਕੈਨੇਡਾ 'ਚ। ਠੀਕ ਹੈ, G7 ਕੀ ਹੈ? ਬੇਸਿਕਲੀ G7 ਗਰੁੱਪ ਹੈ ਹਾਈਲੀ ਇੰਡਸਟਰੀਲਾਈਜ਼ ਗਰੁੱਪ। ਹਾਈਲੀ ਇੰਡਸਟਰੀਲਾਈਜ਼ ਇਕੋਨਮੀਜ਼, ਜਿਹੜੇ ਵੀ ਦੇਸ਼ਾਂ ਦੀ ਇਕੋਨਮੀ ਬਹੁਤ ਜ਼ਿਆਦਾ ਹਾਈ ਹੈ, ਪਰ ਕੈਪੀਟਾ ਇਨਕਮ ਬਹੁਤ ਅੱਛੀ ਹੈ, ਉਹ ਇੰਡਸਟਰੀਲਾਈਜ਼ ਨੇਸ਼ਨਸ ਦਾ ਇੱਕ ਗਰੁੱਪ ਬਣਾਇਆ ਪਿਆ ਜਿਹਨੂੰ ਕਹਿੰਦੇ G7 ਗਰੁੱਪ। ਤੇ ਕੀ ਇੰਡੀਆ G7 ਗਰੁੱਪ ਦਾ ਮੈਂਬਰ ਹੈ? ਆਨਸਰ ਨੋ, ਇੰਡੀਆ ਇਜ਼ ਨਾਟ ਅ ਮੈਂਬਰ ਆਫ G7 ਗਰੁੱਪ। ਕਿਹੜੀ ਕੰਟਰੀ G7 ਗਰੁੱਪ ਦੀ ਮੈਂਬਰ ਨੇ? ਤੁਹਾਡੇ ਸਾਹਮਣੇ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ ਤੇ ਯੂਰਪੀਅਨ ਯੂਨੀਅਨ। ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਐਗਜ਼ਾਮ ਵਿੱਚ ਇਹਨਾਂ ਦੇ ਮੈਂਬਰ ਕੰਟਰੀਜ਼ ਨੂੰ ਲੈ ਕੇ ਕੁਐਸਚਨ ਪੁੱਛਿਆ ਗਿਆ। ਤਾਂ ਹੁਣ ਤੁਹਾਡਾ ਕੁਐਸਚਨ ਹੋਏਗਾ ਸਰ ਕਿ ਜਿਹੜੇ ਮੋਦੀ ਸਾਹਿਬ ਨੇ ਉਹ ਤਾਂ ਗਏ ਸੀਗੇ ਕੈਨੇਡਾ ਮੀਟਿੰਗ ਅਟੈਂਡ ਕਰਨ, ਬਟ ਇੰਡੀਆ ਤਾਂ ਮੈਂਬਰ ਨਹੀਂ ਹੈ। ਯਸ, ਇੰਡੀਆ ਮੈਂਬਰ ਨਹੀਂ ਹੈ, ਬਟ ਇੰਡੀਆ ਜਿਹੜਾ ਹੈ ਤੁਹਾਨੂੰ ਪਤਾ ਹੀ ਇਮਰਜਿੰਗ ਇਕੋਨਮੀ ਹੈ। ਇੰਡੀਆ ਸੁਪਰ ਪਾਵਰ ਬਣਨ ਵਾਲਾ ਕੰਟਰੀ ਹੈ, ਸਾਡੀ ਇਕੋਨਮੀ ਗਰੋ ਕਰਦੀ ਪਈ ਹੈ, ਅਤੇ ਇਸ ਕਰਕੇ ਇੰਡੀਆ ਨੂੰ ਵੀ ਮੌਕਾ ਮਿਲਦਾ ਹੈ। ਠੀਕ ਹੈ, ਇੰਡੀਆ ਨੂੰ ਵੀ ਇਨਵਾਈਟ ਕੀਤਾ ਜਾਂਦਾ। ਅਤੇ G7 ਕੰਟਰੀ ਵਿੱਚ ਇੰਡੀਆ ਮੈਂਬਰ ਨਹੀਂ ਹੈ, ਪਰ ਫਿਰ ਵੀ ਇੰਡੀਆ ਇਜ਼ ਇਨਵਾਈਟਿਡ, ਇੰਡੀਆ ਨੂੰ ਬੁਲਾਇਆ ਜਾਂਦਾ ਇਸ ਮੀਟਿੰਗ ਨੂੰ ਅਟੈਂਡ ਕਰ। ਠੀਕ ਹੈ, ਚਲੋ ਨੈਕਸਟ ਹੈ ਦ ਹੇਗ ਸਮਿਟ ਔਰ ਨੇਟੋ ਸਮਿਟ। ਹੁਣ ਜਿਹੜੀ ਹੇਗ ਸਮਿਟ ਜਾਂ ਨੇਟੋ ਸਮਿਟ ਹੈ, ਬੇਸਿਕਲੀ ਇੱਕ ਹੀ ਚੀਜ਼ ਹੈ। ਨੇਟੋ ਬੇਸਿਕਲੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਹੈ। ਕਈ ਵਾਰ ਕੁਐਸਚਨ ਇਹਦੀ ਫੁੱਲ ਫਾਰਮ 'ਤੇ ਵੀ ਆਇਆ ਕਿ ਫੁੱਲ ਫਾਰਮ ਕੀ ਹੈ ਇਹਦੀ? ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਯਾਦ ਰੱਖਣਾ ਤੁਸੀਂ। ਇਹ ਬੇਸਿਕਲੀ ਹੈ ਕੀ ਹੈ? ਇਹ ਬੇਸਿਕਲੀ ਇੱਕ ਮਿਲਟਰੀ ਅਲਾਈਅੰਸ ਹੈ। ਜਿਹੜੀਆਂ ਇਹ 32 ਕੰਟਰੀਜ਼ ਨੇ, 32 ਕੰਟਰੀਜ਼ ਨੇ ਮਿਲ ਕੇ ਇੱਕ ਮਿਲਟਰੀ ਅਲਾਈਅੰਸ ਬਣਾਇਆ। ਠੀਕ ਹੈ, ਇੱਕ ਦੂਜੇ ਦੀ ਮਦਦ ਕਰਦੇ ਨੇ। ਅਗਰ ਕਿਸੇ ਕੰਟਰੀ 'ਤੇ ਜਿਹੜੇ ਵੀ ਇਹ 32 ਕੰਟਰੀਜ਼ ਨੇ ਤੁਹਾਡੇ ਸਾਹਮਣੇ ਜਿਹੜੀ ਮੈਂਬਰ ਕੰਟਰੀਜ਼, ਔਰ ਕੋਈ ਵੀ ਇਨ ਕੰਟਰੀਜ਼ 'ਤੇ ਹਮਲਾ ਕਰੇਗਾ, ਮੰਨ ਲਓ ਕਿ ਕਿਸੇ ਨੇ ਐਸਟੋਨੀਆ 'ਤੇ ਹਮਲਾ ਕਰਤਾ, ਅਤੇ ਬਾਕੀ ਜਿਹੜੀ ਕੰਟਰੀਜ਼ ਨੇ ਉਹ ਮਿਲ ਕੇ ਉਹਦੀ ਮਦਦ ਕਰਨਗੀਆਂ। ਠੀਕ ਹੈ, ਐਸਟੋਨੀਆ ਦੀ ਮਿਲਟੈਰਲੀ ਮਦਦ ਕਰਨਗੇ। ਅਤੇ ਜਿਹੜੀ ਵੀ ਕੰਟਰੀ ਨੇ ਉਹਨਾਂ 'ਤੇ ਹਮਲਾ ਕੀਤਾ, ਅਤੇ ਇਹ ਸਾਰੇ ਉਹਦੇ 'ਤੇ ਅਟੈਕ ਕਰਨਗੇ। ਇਹ ਮਿਲਟਰੀ ਅਲਾਈਅੰਸ ਹੈ। ਅਤੇ ਹੁਣ ਨੇਟੋ ਦੀ ਜਿਹੜੀ ਸਮਿਟ ਹੈ 2025 ਦੀ ਕਿੱਥੇ ਹੁੰਦੀ ਪਈ ਹੈ? ਇਹ ਹੋਈ ਹੈ ਨੀਦਰਲੈਂਡਸ। ਠੀਕ ਹੈ ਜੀ, ਇੰਨਾ ਸਾਨੂੰ ਪਤਾ ਹੋਣਾ ਚਾਹੀਦਾ। ਅਤੇ ਕੰਟਰੀਜ਼ 'ਤੇ ਤੁਸੀਂ ਨਾਂ ਯਾਦ ਕਰ ਲਓਗੇ ਤਾਂ ਵਧੀਆ ਰਹੇਗਾ। ਬਟ ਇੱਕ ਹੋਰ ਇੰਪੋਰਟੈਂਟ ਚੀਜ਼ ਹੈ,
ਇਹਦੇ ਪਰ ਇੱਕ ਕੁਐਸਚਨ ਬਣ ਸਕਦਾ ਹੈ ਕਿ ਰੀਸੈਂਟਲੀ ਨੇਟੋ ਦਾ ਰੀਸੈਂਟਲੀ ਬਣਨ ਵਾਲਾ ਮੈਂਬਰ ਕੌਣ ਹੈ, ਕਿ ਨੇਟੋ ਨੂੰ ਕਿਹਨੇ ਜੁਆਇਨ ਕੀਤਾ, ਤੇ ਸਵੀਡਨ ਨੇ ਜੁਆਇਨ ਕੀਤਾ ਰੀਸੈਂਟਲੀ 2024 ਚ ਨੇ ਜੁਆਇਨ ਕੀਤਾ, ਤੇ ਇਹਦੇ ਟੋਟਲ ਮੈਂਬਰ ਕਿੰਨੇ ਬਣ ਜਾਂਦੇ 32। ਨੇਟੋ ਕਾਫੀ ਨਿਊਜ਼ 'ਚ ਵੀ ਸੀਗਾ ਰਸ਼ੀਆ ਯੂਕਰੇਨ ਨੂੰ ਲੈ ਕੇ, ਕਿਉਂਕਿ ਯੂਕਰੇਨ ਵੀ ਨੇਟੋ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ ਤੇ ਰਸ਼ੀਆ ਨਹੀਂ ਚਾਹੁੰਦਾ ਕਿ ਬਈ ਯੂਕਰੇਨ ਨੇਟੋ ਦਾ ਮੈਂਬਰ ਬਣੇ, ਤੇ ਕਾਫੀ ਨਿਊਜ਼ ਹੈ ਤੇ ਇਹ ਵੀ ਇੰਪੋਰਟੈਂਟ ਰਹੇਗਾ। ਫੁੱਲ ਫਾਰਮ ਨਾਲੇ ਮੀਟਿੰਗ ਕਿੱਥੇ ਹੁੰਦੀ ਵੀ, ਟੋਟਲ ਮੈਂਬਰ ਕੰਟਰੀਜ਼ ਇੰਡੀਅਨ 32 ਤੇ ਰੀਸੈਂਟਲੀ ਕਿਹਨੇ ਜੁਆਇਨ ਕੀਤਾ, ਸਵੀਡਨ ਨੇ। ਚਲੋ ਨੈਕਸਟ ਹੈ ਪੈਰਿਸ AI ਸਮਿਟ 2025। ਤਾਂ ਪੈਰਿਸ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਿਟ ਹੋਈ ਹੈ ਰੀਸੈਂਟਲੀ, ਕਿੱਥੇ ਹੋਈ ਹੈ, ਪੈਰਿਸ ਫਰਾਂਸ ਹੈ, ਉੱਥੇ ਮੀਟਿੰਗ ਹੋਈ ਹੈ। ਜਿਹੜਾ ਇੰਡੀਆ ਹੈ ਉਹ ਇੰਡੀਆ ਕੋਚੇਅਰ ਪਾਰਟਨਰ ਸੀਗਾ। ਇੰਪੋਰਟੈਂਟ ਚੀਜ਼ ਹੈ, ਕਦੋਂ ਹੋਈ ਸੀਗੀ ਇਹ, ਫਰਵਰੀ 10 ਤੇ 11 2025 ਨੂੰ ਮੀਟਿੰਗ ਹੁੰਦੀ ਹੈ। ਠੀਕ ਹੈ ਜੀ, ਕਿਸ ਚੀਜ਼ 'ਤੇ ਫੋਕਸ ਕਰਦੀ ਪਈ ਹੈ ਇਹ ਜਿਹੜੀ ਸਮਿਟ ਸੀਗੀ, ਇਹ ਫੋਕਸ ਕਰੇਗੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸੇਫਟੀ ਤੇ ਐਥਿਕਸ, ਗਵਰਨੈਂਸ, ਇਨੋਵੇਸ਼ਨ, ਇਕੋਨਮਿਕ ਇੰਪੈਕਟ, ਇਨ ਸਾਰੀ ਚੀਜ਼ਾਂ 'ਤੇ ਉੱਥੇ ਚੌਕ ਡਾਊਨ ਕਰਨਗੇ। ਇੰਪੋਰਟੈਂਟ ਪੁਆਇੰਟਸ ਕਿ ਬਈ ਕਿੱਦਾਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸੇਫਟੀ ਨੂੰ ਵਧਾ ਸਕਦੇ ਹਾਂ, ਕੀ ਇਹਨੂੰ ਕੋਈ ਕੰਟਰੋਲ ਕਰਦਾ ਪਿਆ, ਕਿੱਦਾਂ ਕੰਟਰੋਲ ਕਰਾਂਗੇ, ਇਹ ਸਾਰੀ ਚੀਜ਼ਾਂ ਇਸ ਮੀਟਿੰਗ 'ਚ ਡਿਸਕਸ ਕੀਤੀ ਗਈਆਂ ਸੀਗੀਆਂ। ਠੀਕ ਹੈ, ਚਲੋ ਇੰਪੋਰਟੈਂਟ ਹੈ। ਨੈਕਸਟ ਹੈ ਬ੍ਰਿਕਸ ਸਮਿਟ। ਹੁਣ ਬ੍ਰਿਕਸ ਜਿਹੜੀ 2025 ਦੀ ਸਮਿਟ ਹੋਈ ਹੈ ਉਹ 17th ਐਡੀਸ਼ਨ ਸੀਗੀ। ਠੀਕ ਹੈ, ਕਿੱਥੇ ਹੋਈ ਹੈ, ਰੀਓ ਡੀ ਜੈਨਰੀਓ ਬ੍ਰਾਜ਼ੀਲ 'ਚ 6 ਤੇ 7 ਜੁਲਾਈ ਨੂੰ ਆਲਰੇਡੀ ਹੋ ਚੁੱਕੀ ਹੈ। ਮੋਦੀ ਸਾਹਿਬ ਇੱਥੇ ਵੀ ਗਏ ਸੀਗੇ ਮੀਟਿੰਗ 'ਚ ਅਟੈਂਡ ਕਰਨ। ਨੈਕਸਟ ਹੈ, ਇਹ ਇੰਪੋਰਟੈਂਟ ਚੀਜ਼ ਹੈ, ਇਸ ਮੀਟਿੰਗ ਦੀ ਇੱਕ ਥੀਮ ਵੀ ਸੀ। ਥੀਮ ਕੀ ਸੀ, ਸਟਰੈਂਥਨਿੰਗ ਗਲੋਬਲ ਸਾਊਥ ਕੋਆਪਰੇਸ਼ਨ ਫॉर मोर ਇਨਕਲੂਸਿਵ ਐਂਡ ਸਸਟੇਨੇਬਲ ਗਵਰਨੈਂਸ। ਇੰਪੋਰਟੈਂਟ ਹੈ। ਠੀਕ ਹੈ ਜੀ, ਇਹ ਮੀਟਿੰਗ ਇੰਪੋਰਟੈਂਟ ਹੈ। ਬ੍ਰਿਕਸ ਸਮਿਟ 2025 ਦੀ ਕਿੱਥੇ ਹੋਈ ਹੈ, ਰੀਓ ਡੀ ਜੈਨਰੀਓ ਬ੍ਰਾਜ਼ੀਲ 'ਚ, ਤੇ ਇਹਦੀ ਥੀਮ ਕੀ ਹੈ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ। ਥੀਮ ਇੰਪੋਰਟੈਂਟ ਹੈ। ਉਹਦੇ ਬਾਅਦ ਜਿਹੜੀ ਬ੍ਰਿਕਸ ਹੈ, ਬ੍ਰਿਕਸ 'ਚ ਕਿੰਨੇ ਮੈਂਬਰ ਨੇ, ਦੇਖੋ ਜੀ ਬ੍ਰਿਕਸ ਸਟਾਰਟਿੰਗ 'ਚੋਂ 20 ਤੋਂ ਬਣਦਾ ਸੀ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਬਟ ਹੁਣ ਇਹਦੇ 'ਚ ਕੁਛ ਹੋਰ ਮੈਂਬਰ ਵੀ ਐਡ ਹੋ ਚੁੱਕੇ ਹਨ। ਉਹਨਾਂ ਦੇ ਨਾਂ ਵੀ ਚੈੱਕ ਕਰ ਲੈਣੇ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਇਜਿਪਟ, ਇਥੋਪੀਆ, ਈਰਾਨ, ਸਊਦੀ ਅਰਬੀਆ, UAE, ਇੰਡੋਨੇਸ਼ੀਆ। ਠੀਕ ਹੈ, ਕਿੰਨੇ ਹੋ ਗਏ, 12 ਮੈਂਬਰ। ਇੱਕ ਕੁਐਸਚਨ ਆ ਸਕਦਾ ਹੈ ਬ੍ਰਿਕਸ ਪਰ ਕਿ ਰੀਸੈਂਟਲੀ 2025 ਕਿਹੜੇ ਕੰਟਰੀ ਨੇ ਬ੍ਰਿਕਸ ਨੂੰ ਜੁਆਇਨ ਕੀਤਾ, ਜਾਂ ਕਿਹੜਾ ਕੰਟਰੀ ਬ੍ਰਿਕਸ ਦਾ ਮੈਂਬਰ ਬਣਿਆ, ਤਾਂ ਆਨਸਰ ਇੰਡੋਨੇਸ਼ੀਆ। ਇੰਪੋਰਟੈਂਟ ਕੁਐਸਚਨ ਹੈ, ਜਿਹੜੇ ਵੀ ਕੰਟਰੀਜ਼ ਰੀਸੈਂਟਲੀ ਕਿਸੇ ਗਰੁੱਪ ਨੂੰ ਜੁਆਇਨ ਕਰਦੇ ਨੇ ਇੰਪੋਰਟੈਂਟ ਹੋ ਜਾਂਦੇ ਨੇ। ਇਹ ਇੰਪੋਰਟੈਂਟ ਇੰਡੋਨੇਸ਼ੀਆ ਤੁਸੀਂ ਯਾਦ ਰੱਖਣਾ। ਫਿਰ ਇਸ ਮੀਟਿੰਗ ਦੇ ਐਂਡ ਵਿੱਚ ਇੱਕ ਰੀਓ ਡੀ ਜੈਨਰੀਓ ਡੈਕਲੇਰੇਸ਼ਨ ਵੀ ਸਾਈਨ ਹੋਈ ਸੀਗੀ। ਕੀ ਸੀਗੀ ਉਹ, ਗਲੋਬਲ ਸਾਊਥ ਰਿਪਰੈਜ਼ੈਂਟੇਸ਼ਨ, ਪੁਸ਼, ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਕਲਾਈਮੇਟ ਫਰੇਮਵਰਕ। ਇਹ ਵੀ ਡੈਕਲੇਰੇਸ਼ਨ ਜਿਹੜੀ ਹੈ ਇਹ ਵੀ ਇੰਪੋਰਟੈਂਟ ਹੈ, ਹੋ ਸਕਦਾ ਤੁਹਾਡੇ ਤੋਂ ਇਹ ਵੀ ਐਗਜ਼ਾਮ 'ਚ ਪੁੱਛੀ ਜਾ ਸਕੇ। ਠੀਕ ਹੈ, ਪੁੱਛੀ ਜਾ ਸਕਦੀ ਹੈ। ਨੈਕਸਟ ਹੈ ਏਸ਼ੀਅਨ ਸਮਿਟ 2025 ਸਮਿਟ। ਦੇਖੋ ਜਿਹੜਾ ਏਸ਼ੀਅਨ ਹੈ ਇਹ ਐਸੋਸੀਏਸ਼ਨ ਫਾਰ ਸਾਊਥ ਈਸਟ ਏਸ਼ੀਅਨ ਨੇਸ਼ਨਸ ਹੈ। ਸਭ ਤੋਂ ਪਹਿਲੇ ਕੋਈ ਵੀ ਸਮਿਟ ਦਾ ਸਾਨੂੰ ਫੁੱਲ ਫਾਰਮ ਵੀ ਪਤਾ ਹੋਣੀ ਚਾਹੀਦੀ ਹੈ। 46 ਸਮਿਟ ਹੋਈ ਸੀਗੀ, ਕਿੱਥੇ ਹੁੰਦੀ ਹੈ ਸਮਿਟ, ਇਹ ਹੋਈ ਹੈ ਕੁਆਲਾਲੰਪੁਰ ਕਿੱਥੇ ਹੈ, ਮਲੇਸ਼ੀਆ 'ਚ। ਏਸ਼ੀਅਨ ਕੀ ਹੈ, ਇਹ ਹੈ ਇੰਡੀਆ ਦੇ ਇਸ ਤਰਫ ਈਸਟ ਸਾਈਡ 'ਤੇ ਕੁਝ ਕੰਟਰੀਜ਼ ਨੇ, ਜਿਹੜੀ ਇਹ ਕੰਟਰੀਜ਼ ਨੇ ਇਹਨਾਂ ਦਾ ਗਰੁੱਪ ਹੈ ਜਿਹੜਾ ਆਪਾਂ ਕੀ ਕਹਿੰਦੇ ਹਾਂ ਸਾਊਥ ਈਸਟ ਨੇਸ਼ਨਸ। ਇਹ ਸਾਊਥ ਈਸਟ ਨੇਸ਼ਨਸ ਦੇ ਗਰੁੱਪ ਹੈ, ਸਾਊਥ ਈਸਟ ਏਸ਼ੀਅਨ ਨੇਸ਼ਨਸ ਜਿਹੜੇ ਹਨ ਉਹਨਾਂ ਦੇ ਗਰੁੱਪ ਹੈ, ਉਹਨੂੰ ਏਸ਼ੀਅਨ ਕਿਹਾ ਜਾਂਦਾ, ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ। ਇੰਡੀਆ ਕੀ ਮੈਂਬਰ ਹੈ ਇਹਦਾ, ਆਨਸਰ ਹੈ ਨੋ, ਇੰਡੀਆ ਚਾਈਨਾ ਕੋਈ ਇਹਦਾ ਮੈਂਬਰ ਨਹੀਂ ਹੈ। ਜਿਹੜੇ ਮੈਂਬਰ ਕੰਟਰੀਜ਼ ਨੇ ਤੁਹਾਡੇ ਸਾਹਮਣੇ, थाईलैंड, वियतनाम, कंबोडिया, सिंगापुर, लाओस, इंडोनेशिया, म्यांमार, मलेशिया, ब्रुनाई एंड फिलीपींस। टोटल कितने मेंबर्स, 10। नेक्स्ट है 6th बिम्स्टेक समिट 2025, काफ़ी इंपॉर्टेंट है। बिम्स की 6th एडिशन सीगा ये समिट, होस्ट किने किया, थाईलैंड 'ਚ मीटिंग हुई है। कई बार एग्जाम 'ਚ क्वेश्चन पूछा जाता है कि भाई बिम्स्टेक की फुल फॉर्म की है। बिम्स्टेक की फुल फॉर्म है बे ऑफ बंगाल इनिशिएटिव फॉर मल्टी सैक्टोरल टैक्नीकल एंड इकोनॉमिक कोऑपरेशन। चलो जी मैंबर कंट्री चेक कर दें, बड़ा आसान तरीका याद करने का। इंडिया का मैप है तो जिहड़ी भी कंट्रीज इंडिया के राइट साइड लाई करदियां वो सारियां तो नहीं पर कुछ वो मैंबर ने, नेपाल, इंडिया, भूटान, बांग्लादेश, म्यांमार, थाईलैंड, ठीक है, श्रीलंका, ये मैंबरस ने। तो बिम्स्टेक क्यों बनाया गया सी, बेसिकली बिम्स्टेक ਨੂੰ ਬਣਾਉਣ ਦਾ ਵੀ ਰੀਜ਼ਨ ਸੀਗਾ ਕਿ ਆਪਾਂ ਚਾਹੁੰਦੇ ਕਿ ਜਿਹੜਾ ਨਾਰਥ ਈਸਟ ਹੈ ਜਾਂ ਫਿਰ ਜਿਹੜੀ ਈਸਟ ਸਾਈਡ ਤੇ ਕੰਟਰੀਜ਼ ਲਾਈਕ ਕਰਦੀਆਂ ਨੇ ਇੰਡੀਆ ਦੇ, ਇਹਨਾਂ ਨਾਲ ਆਪਣਾ ਇਕਨੋਮਿਕ ਕੋਆਪਰੇਸ਼ਨ ਵਧਾਇਆ ਜਾਏ। ਨਾਲੇ
ਜਿਹੜਾ ਇਹ ਵਾਲਾ ਪੋਰਸ਼ਨ ਹੈ ਜਿੱਥੇ ਕੰਟਰੀ ਹੈ ਪਾਕਿਸਤਾਨ ਨੂੰ ਇੰਡੀਆ ਆਈਸੋਲੇਟ ਕਰਨਾ ਚਾਹੁੰਦਾ ਹੈ ਕਿਉਂਕਿ ਇੰਡੀਆ ਦਾ ਆਲਰੇਡੀ ਗਰੁੱਪ ਸੀ ਸਾਰਕ ਉਹ 'ਚ ਇਹ ਕੰਟਰੀ ਵੀ ਸੀਗੀਆਂ ਜਿਹੜੀ ਨਾਲ ਦੀ ਕੰਟਰੀ ਨੇ ਇਹ ਵੀ ਹਨ ਅਤੇ ਪਾਕਿਸਤਾਨ ਵੀ ਸੀਗਾ ਅਤੇ ਕੁਛ ਵੀ ਸਾਰਕ 'ਚ ਹੁੰਦਾ ਸੀਗਾ ਪਾਕਿਸਤਾਨ 'ਚ ਪਾਰਟੀਸਪੇਟ ਨਹੀਂ ਕਰਦਾ ਸੀਗਾ ਮਤਲਬ ਇੰਡੀਆ ਨੇ ਕਿਹਾ ਕਿ ਬਈ ਅਸੀਂ ਰੋਡ ਬਣਾਉਂਦੇ ਜਾਂ ਕੋਈ ਡਿਵੈਲਪਮੈਂਟ ਦਾ ਕੰਮ ਕਰਦੇ ਹਾਂ ਤਾਂ ਪਾਕਿਸਤਾਨ ਮਨਾ ਕਰਦਾ ਕਿ ਨਹੀਂ ਵੀ ਨਹੀਂ ਅਸੀਂ ਨਹੀਂ ਚਾਹੁੰਦੇ ਇਸ ਕਰਕੇ ਇੰਡੀਆ ਨੇ ਕੀ ਕਿਹਾ ਇੰਡੀਆ ਨੇ ਬਈ ਨਵਾਂ ਇੱਕ ਸੌਰਟ ਆਫ ਗਰੁੱਪ ਇਨੀਸ਼ੀਏਟ ਕੀਤਾ ਕਿ ਬਈ ਪਾਕਿਸਤਾਨ ਨੂੰ ਆਈਸੋਲੇਟ ਕਰ ਦਿਓ ਪਾਕਿਸਤਾਨ ਨੂੰ ਸਾਈਡ 'ਤੇ ਕਰੋ ਇਨ ਕੰਟਰੀਜ਼ ਦੇ ਨਾਲ ਤੁਸੀਂ ਆਪਣਾ ਗਰੁੱਪ ਬਣਾ ਕੇ ਅੱਗੇ ਪ੍ਰੋਗਰੈਸ ਕਰੋ ठीक है तो बिम्स्टेक क्या करेगा ये फुल फॉर्म लिखी हुई है बे ऑफ बंगाल इनिशिएटिव फॉर मल्टी सेक्टोरल टेक्निकल एंड इकोनॉमिक कोऑपरेशन कंट्रीज दे मैंबर इस ग्रुप दे मैंबर्स इंपॉर्टेंट याद रखने तुसी नेक्स्ट है यूनाइटेड नेशंस क्लाइमेट चेंज कॉन्फ्रेंस ये कितनी हुई है ये 30th कॉन्फ्रेंस सी जिन्होंने कॉन्फ्रेंस ऑफ पार्टीज भी कहते हैं कितने हुई है ये ब्राज़ील हुई है बेलम ब्राज़ील होएगी सॉरी 10 to 21 नवंबर होएगी ये ठीक है चलो नेक्स्ट चलता है वर्ल्ड ऑडियो विजुअल एंटरटेनमेंट समिट्स वेव्स 2025 जी ये समिट है बेसिकली करवाई गई है एंटरटेनमेंट इंडस्ट्री ਨੂੰ ਹੋਰ ग्लोबल ग्रोथ देने ਲਈ कि ਜਿਹੜੀ ਸਾਡੀ एंटरटेनमेंट इंडस्ट्री है ਉਹਨੂੰ ਹੋਰ ਪੁਸ਼ ਮਿਲੇ ਹੋਰ ਇਨੋਵੇਸ਼ਨ ਹੋਣ ठीक है ਕਿੱਥੇ ਕੰਡਕਟ ਕੀਤੀ ਗਈ ਹੈ ਮੁੰਬਈ ਮਹਾਰਾਸ਼ਟਰ ਰਸਾਇਣਾ ਡਾਇਲੌਗਸ 2025 ਇੰਪੋਰਟੈਂਟ ਹੈ ਹੁਣ ਰਸਾਇਣਾ ਡਾਇਲੌਗ ਕੀ ਹੈ ਰਸਾਇਣਾ ਡਾਇਲੌਗ ਦਾ 10th ਐਡੀਸ਼ਨ ਹੋਇਆ ਕਿੱਥੇ ਹੋਇਆ ਨਿਊ ਦਿੱਲੀ 'ਚ कौन करांदा पे होस्ट कौन सी दा ऑब्जर्वर रिसर्च फाउंडेशन इन पार्टनरशिप विद द मिनिस्ट्री ऑफ एक्सटर्नल अफेयर्स गवर्नमेंट ऑफ इंडिया ते चीफ गेस्ट कौन सीगे इस बार चीफ गेस्ट सीगे न्यूजीलैंड दे प्राइम मिनिस्टर क्रिस्टोफर लक्सन ते ਜਿਹੜਾ ਇਹ ਰਸਾਇਣਾ ਡਾਇਲੌਗ ਹੋਇਆ 2025 ਇਹਦਾ ਥੀਮ ਵੀ ਸੀਗਾ ਸ਼ਾਇਦ ਮਿਸਪ੍ਰਿੰਟ ਹੈ ਇਹ ਲਿਖਿਆ ਪਿਆ ਕਾਲ ਚੱਕਰ ਪੀਪਲ ਪੀਸ ਪਲੈਨਟ ਹੁਣ ਇਹ G20 ਜਿਹੜਾ ਰਸਾਇਣਾ ਡਾਇਲੌਗ ਹੈ ਬੇਸਿਕਲੀ ਹੈ ਕੀ ਹੈ ਰਸਾਇਣਾ ਡਾਇਲੌਗ ਬੇਸਿਕਲੀ ਇੱਕ ਪਲੈਟਫਾਰਮ ਹੈ ਜਿਹੜਾ ਮਿਨਿਸਟਰ ਆਫ ਐਕਸਟਰਨਲ ਅਫੇਅਰ ਤਾਂ ORF ਦੀ ਟੀਮ ਕਰਵਾਉਂਦੀ ਹੈ ਇਹ 'ਚ ਆਪਾਂ ਕੁਛ ਐਕਸਪਰਟੀਜ਼ ਲੋਕਾਂ ਨੂੰ ਬੁਲਾਉਂਦੇ ਚਾਹੇ ਡਿਫਰੈਂਟ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਜਾਂ ਡਿਫੈਂਸ ਐਕਸਪਰਟ ਹੋਣ ਉਹ ਸਾਰੇ ਆਉਣਗੇ ਉਹ ਆਪਣੇ ਆਪਣੇ ਪੁਆਇੰਟ ਆਫ ਵਿਊ ਦਿੰਦੇ ਨੇ ਕਿ ਕਿਸ ਤਰ੍ਹਾਂ ਆਪਾਂ ਨੈਸ਼ਨਲ ਸਿਕਿਉਰਿਟੀ ਇੰਟਰਨੈਸ਼ਨਲ ਸਿਕਿਉਰਿਟੀ ਜਾਂ ਫਿਰ ਟੈਰਰਿਜ਼ਮ ਨਾਲ ਕਿਸ ਤਰ੍ਹਾਂ ਲੜ ਪਾਂਗੇ ਤਾਂ ਬੇਸਿਕਲੀ ਡਿਸਕਸ਼ਨ ਕਰਦੇ ਉੱਥੇ ਡਿਫਰੈਂਟ ਪੁਆਇੰਟਸ ਆਪਣੇ ਓਪੀਨੀਅਨਸ ਲੋਕ ਰੱਖਦੇ ਨੇ ਉੱਥੇ ਵਰਲਡ ਹਾਈਡਰੋਜਨ ਸਮਿਟ 2025 ਕਿੱਥੇ ਹੋਈ ਹੈ ਰੋਟਰਡੈਮ ਨੈਦਰਲੈਂਡਸ ਨੈਕਸਟ ਹੈ ਗਲੋਬਲ ਸਪੇਸ ਐਕਸਪਲੋਰੇਸ਼ਨ ਸਮਿਟ 2025 ਇੰਡੀਆ ਨੇ ਹੋਸਟ ਕੀਤੀ ਹੈ 12th ਐਡੀਸ਼ਨ ਆਫ ਗਲੋਬਲ ਸਪੇਸ ਐਕਸਪਲੋਰੇਸ਼ਨ ਕਾਨਫਰੰਸ ਕਿੱਥੇ ਹੋਈ ਹੈ ਨਿਊ ਦਿੱਲੀ 'ਚ ਅਤੇ ਇਹਦਾ ਇੱਕ ਥੀਮ ਵੀ ਹੈ ਥੀਮ ਕੀ ਹੈ ਇਹ ਸਪੇਸ ਐਕਸਪਲੋਰੇਸ਼ਨ ਰੈਨੇਸੈਂਸ ਨੈਕਸਟ ਹੈ ਪਰਪਲ ਫੈਸਟ 2025 ਪਰਪਲ ਫੈਸਟ ਜਿਹੜਾ ਹੈ ਬੇਸਿਕਲੀ ਇਹ ਆਰਗੇਨਾਈਜ਼ ਕੀਤਾ ਗਿਆ ਹੈ ਜਿਹੜੇ ਦਿਵਿਆਂਗ ਹਨ ਪਰਸਨ ਜਾਂ ਪਰਸਨ ਵਿਦ ਡਿਸੇਬਿਲਿਟੀਜ਼ ਜਿਹੜੇ ਪਰਸਨ ਵਿਦ ਸਪੈਸ਼ਲ ਨੀਡਸ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਐਮਪਾਵਰ ਕਰ ਸਕਦੇ ਹਾਂ ਕਿਸ ਤਰ੍ਹਾਂ ਪ੍ਰਮੋਟ ਕਰ ਸਕਦੇ ਹਾਂ ਇਨਕਲੂਸਿਵਿਟੀ ਤਾਂ ਉਹਨਾਂ ਲਈ ਆਪਾਂ ਪਰਪਲ ਫੈਸਟ 2025 ਆਰਗੇਨਾਈਜ਼ ਕੀਤਾ ਕਿੱਥੇ ਆਰਗੇਨਾਈਜ਼ ਕੀਤਾ ਗਿਆ ਸੀ ਇਹ ਰਾਸ਼ਟਰਪਤੀ ਭਵਨ ਅੰਮ੍ਰਿਤ ਉਦਿਅਨ ਤੇ ਕਿਹਨੇ ਆਰਗੇਨਾਈਜ਼ ਕਰਾਇਆ ਸੀ ਬਾਈ ਡਿਪਾਰਟਮੈਂਟ ਆਫ ਐਮਪਾਵਰਮੈਂਟ ਆਫ ਪਰਸਨ ਵਿਦ ਡਿਸੇਬਿਲਿਟੀਜ਼ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਨੈਕਸਟ ਹੈ ਵਰਲਡ ਇਕੋਨਮੀ ਫੋਰਮ ਐਨੂਅਲ ਮੀਟਿੰਗ 2025 ਜਿਹੜਾ ਵਰਲਡ ਇਕੋਨਮੀ ਫੋਰਮ ਹੈ ਇਹਨਾਂ ਦੀ ਹਰ ਸਾਲ ਮੀਟਿੰਗ ਹੁੰਦੀ ਹੈ ਹਰ ਸਾਲ ਮੀਟਿੰਗ ਕਿੱਥੇ ਹੁੰਦੀ ਹੈ ਦਾਵੋਸ ਸਵਿਟਜ਼ਰਲੈਂਡ ਇਹ ਇੰਪੋਰਟੈਂਟ ਹੈ ਠੀਕ ਹੈ ਤੇ ਇਹਦਾ ਥੀਮ ਕੀ ਸੀਗਾ ਇਸ ਸਾਲ ਦਾ ਥੀਮ ਸੀਗਾ ਕੋਲੈਬੋਰੇਸ਼ਨ ਫਾਰ ਦ ਇੰਟੈਲੀਜੈਂਟ ਏਜ ਨੈਕਸਟ ਹੈ ਗੁਜਰਾਤ ਓਲੰਪਿਕਸ ਰਿਸਰਚ ਕਾਨਫਰੰਸ 2025 ਇਹ ਹੁਣ 27-30 ਜਨਵਰੀ 2025 ਨੂੰ ਆਲਰੇਡੀ ਹੋ ਚੁੱਕੀ ਹੈ ਬੇਸਿਕਲੀ ਇਸ ਕਾਨਫਰੰਸ ਆਪਾਂ ਇਸ ਚੀਜ਼ 'ਤੇ ਐਮਫਸਾਈਜ਼ ਕਰਦੇ ਪਏ ਸੀਗੇ ਕਿ ਇੰਡੀਆ ਫਿਊਚਰ 'ਚ ਪਲਾਨ ਕਰਦਾ ਪਿਆ ਓਲੰਪਿਕਸ ਨੂੰ ਹੋਸਟ ਕਰੇਗਾ ਮੇਬੀ 2030 ਜਾਂ 39 'ਚ ਇੰਡੀਆ ਪਲਾਨ ਕਰਦਾ ਪਿਆ ਕਿ ਆਪਾਂ ਵੀ ਇੰਡੀਆ 'ਚ ਕਾਨਫਰੰਸ ਨੂੰ ਓਲੰਪਿਕਸ ਨੂੰ ਹੋਸਟ ਕਰਾਂਗੇ ਤਾਂ ਉਹਦੇ ਲਈ ਪਲਾਨਿੰਗ ਚੱਲਦੀ ਪਈ ਹੈ ਕਿਸ ਤਰ੍ਹਾਂ ਅਸੀਂ ਫੰਡਿੰਗ ਕਰਾਂਗੇ ਇਹ ਸਾਰੀ ਚੀਜ਼ਾਂ ਇਕੋਨਮਿਕ ਮਾਡਲ ਜਨਰੇਟ ਕੀਤੇ ਜਾਂਦੇ ਪਏ ਅਤੇ ਇਹ ਸਾਰੀ ਚੀਜ਼ਾਂ ਕਿਉਂਕਿ ਓਲੰਪਿਕਸ ਆਰਗੇਨਾਈਜ਼ ਕਰਨਾ ਬਹੁਤ ਵੱਡੀ ਇੱਕ ਇਵੈਂਟ ਹੈ ਹੋਸਟ ਕਰਨਾ ਬਹੁਤ ਖਰਚੇ ਦਾ ਕੰਮ ਹੈ ਠੀਕ ਹੈ ਤਾਂ ਉਹਦੇ ਲਈ ਪਹਿਲੇ ਤੋਂ ਤਿਆਰੀ ਕਰਨੀ ਪਏਗੀ ਨੈਕਸਟ ਹੈ ਵਰਲਡ ਸਸਟੇਨੇਬਲ ਡਿਵੈਲਪਮੈਂਟ ਸਮਿਟ 2025 ਇਹ ਇੰਪੋਰਟੈਂਟ ਹੈ ਹੁਣ ਜਿਹੜੀ ਵਰਲਡ ਸਸਟੇਨੇਬਲ ਡਿਵੈਲਪਮੈਂਟ ਹੈ ਸਮਿਟ ਹੈ ਇਹ ਕਿੱਥੇ ਹੋਈ ਹੈ ਇਹ ਹੋਈ ਹੈ ਨਿਊ ਦਿੱਲੀ 'ਚ ਕਿਹਨੇ ਆਰਗੇਨਾਈਜ਼ ਕੀਤੀ ਸੀ ਟੇਰੀ ਨੇ ਟੇਰੀ ਕੀ ਹੈ ਦ ਐਨਰਜੀ ਐਂਡ ਰਿਸੋਰਸ ਇੰਸਟੀਚਿਊਟ ਥੀਮ ਕੀ ਸੀਗਾ ਪਾਰਟਨਰਸ਼ਿਪ ਫਾਰ ਐਕਸਲਰੇਟਿੰਗ ਸਸਟੇਨੇਬਲ ਡਿਵੈਲਪਮੈਂਟ ਐਂਡ ਕਲਾਈਮੇਟ ਸੋਲਿਊਸ਼ਨਸ ਨੈਕਸਟ ਹੈ 8th ਇੰਡੀਅਨ ਓਸ਼ਨ ਕਾਨਫਰੰਸ India's External Affairs Minister S. Jaishankar represent 8th Indian National Conference held in Muscat, Oman. ਹੁਣ ਜਿਹੜੀ 8th ਸਾਡੀ ਸਬਮਿਟ ਹੋਈ ਹੈ ਇੰਡੀਅਨ ਓਸ਼ਨ ਕਾਨਫਰੰਸ ਇਹ ਕਿੱਥੇ ਹੋਈ ਹੈ ਮਸਕਟ ਓਮਾਨ 'ਚ
ਇਸ ਮੈਪ ਦੇ ਥਰੂ ਆਪਾਂ ਚੈੱਕ ਕਰਦੇ ਹਾਂ ਓਮਾਨ ਕਿੱਥੇ, ਓਮਾਨ ਇਹ ਵਾਲੀ ਜਗ੍ਹਾ ਇੱਥੇ ਸਬਮਿਟ ਕੀਤੀ ਗਈ ਸੀ। ਤੇ ਇਸ ਸਾਲ ਦਾ ਥੀਮ ਕੀ ਸੀਗਾ? ਵॉइस टू न्यू होराइजन्स मैरीटाइम पार्टनरशिप। इंडियन ओशन है, इंडियन ओशन कॉन्फ्रेंस है। बेसिकली मीटिंग जी कॉन्फ्रेंस है ये इंडिया ऑर्गेनाइज करता है विद द हेल्प ऑफ अदर कंट्रीज, ਜਿਹੜੇ भी कंट्रीज का इंडियन ओशन नाल बॉर्डर टच करता है। ਜਿਹੜੇ ਨੀਅर बाय कंट्रीज जिदा इंडिया हो गया, ये नाल वाली कंट्रीज ओमान हो गया, ये नाल वाली जिन्होंने इंडियन ओशन टच करता इनका वो कंट्रीज ये पार्टिसिपेट कर दी। ठीक है, एक कुछ समिट सी कुछ कॉन्फ्रेंस सी जी मोस्ट इंपोर्टेंट जी एग्जाम पूछी जा सकती असी अज वो डिस्कस किए। तो होर भी फ्यूचर जी भी इंपोर्टेंट इवेंट्स होंगे वो लैके आप वीडियो बनाएंगे। ठीक है जी, कोई भी क्वारी हो, कोई भी क्वेश्चन हो तो कमेंट बॉक्स मैंशन कर सकते हो। बाकी इस चैनल को लाइक करो, सबसक्राइब करो। थैंक यू।